राशिद भाई जी सुते उठे हो लगता? लो जी राती बस भी जिसम थकावट बहुत ज़्यादा सी, फिर राती सुते हैं। हाँ जी। ते उठ के ते पहली चाय जी है कड़क चाय। कैसी है चाय? चाय का एक कड़क जी है ना, तो सानू हुण असी पीती इन्नी है कि सानू अच्छी लगन लग गई है, लेकिन जो पहले 2-3 दिन आए ना उदों बिल्कुल अच्छी नहीं लगी। कड़क जरूर आवाज़ कड़क दी आउंदी सी, लेकिन चाय कड़क नहीं सी हुंदी। ये पता नहीं मसाला चाय हुंदी है या पता नहीं की पांदे ने विच, समझो बाहर है। ਉਹ ਕਿਹੜੇ ਨੇ ਇਹ ਮਲਵਾਰੀ ਜਿਹੜੇ ਨੇ ਉਹਨਾਂ ਦੇ ਰੈਸਟੋਰੈਂਟ ਨੇ ਜਿਹੜੇ ਨੇ, ਉਹਨਾਂ ਤੋਂ ਜਿੱਥੋਂ ਵੀ ਚਾਹੇ ਕੜਕ ਦੀ ਆਵਾਜ਼ ਕਹਿੰਦੇ ਨੇ ਜੀ ਕੜਕ, ਇਹ ਪਹਿਲੇ ਹੀ ਬਣਾ ਕੇ ਰੱਖੀ ਹੁੰਦੀ ਹੈ। ਹਾਂ ਜੀ। ਉਹ ਇਸ ਕਰਕੇ ਨਾ ਜੋ ਵੀ ਜ਼ਾਇਕਾ ਵਾ ਫਿਰ ਮੌਕੇ ਦੇ ਹਿਸਾਬ ਨਾਲ, ਤੇ ਉਹ ਚਾਹਾਂ ਸਾਨੂੰ ਯਾਦ ਆਉਂਦੀਆਂ ਜਿਹੜੀਆਂ ਅਸੀਂ ਪਾਕਿਸਤਾਨ ਚੋਂ ਭਾਵੇਂ ਜਿੱਥੋਂ ਮਰਜ਼ੀ ਵੀ ਪੀਤੀਆਂ ਨਾ, ਜਾਂ ਅਗਰ ਕਿਸੇ ਨੇ ਦੁੱਧ ਘੱਟ ਪਾਇਆ, ਕਿਸੇ ਨੇ ਵੱਧ ਪਾਇਆ, ਕਿਸੇ ਨੇ ਪਾਣੀ ਗਰਮ ਕੀਤਾ ਜਾਂ ਨਹੀਂ ਕੀਤਾ, ਉਹ ਜ਼ਾਇਕੇ ਜਿਹੜੇ ਉਹ ਵੀ ਨਹੀਂ ਲੱਭਣ ਡੇ ਕਿ ਜਿਹੜੀ ਸਾਨੂੰ ਆਮ ਜਿਹੜੀ ਚਾਹ ਨੂੰ ਅਸੀਂ ਨਾ ਉੱਥੇ ਕਹੀਦਾ ਸੀ ਕਿ ਯਾਰ ਅੱਧੀ ਪੀ ਕੇ ਛੱਡ ਦਈਦੀ ਸੀ, ਉਹ ਵੀ ਚਾਹਾਂ ਨਹੀਂ ਇੱਥੇ ਮਿਲਣ ਡਈਆਂ। ਉਹਦਾ ਵੀ ਇਦਾਂ ਕਰ ਦਿਲ ਲੱਗ ਕਰਦਾ ਕਿ ਯਾਰ ਉਹ ਉਦਾਂ ਦੀ ਵੀ ਹੋ ਜਾਵੇ ਯਾਰ ਜਿੱਦਾਂ ਜਿਹੜੀ ਅਸੀਂ ਛੱਡਦੇ ਰਹੇ ਅੱਧੀ। ਤੇ ਉਹ ਵੀ ਚਾਹ ਜਿਹੜੀ ਹੈ ਨਾ, ਹੁਣ ਇਹ ਸਾਨੂੰ ਹੁਣ ਜਿਹੜਾ 1.5 ਮਹੀਨਾ ਤੇ ਹੋ ਗਿਆ, 1.5 ਮਹੀਨੇ ਤੋਂ ਉੱਪਰ, ਹੁਣ ਅਸੀਂ ਆਦੀ ਹੋ ਗਏ ਕਿ ਯਾਰ ਹੁਣ ਉਹ ਹੀ ਸਹੀ ਆ ਕੜਕ ਜਿਸ ਤਰ੍ਹਾਂ ਦੀ ਵੀ ਹੈ। ਅਰਬੀ ਫੂਡ ਕਿਹੜਾ ਟਰਾਈ ਕੀਤਾ ਜੇ? ਅਰਬੀ ਜਿਹੜਾ ਮੈਂ ਸ਼ਵਾਰਮਾ ਜਿਹੜਾ ਵਾ ਟਰਾਈ ਕੀਤਾ ਜੀ। हाँ जी। ਤੇ ਇਹ ਇੱਕ ਸੈਂਡਵਿਚ ਔਰ 버ਗਰ ਜਿਹੜਾ ਵਾ ਮੈਂ ਇੱਥੋਂ ਦਾ ਜਿਹੜਾ ਨਾ ਟਰਾਈ ਕੀਤਾ, ਉਹ ਬੜਾ ਲਜ਼ੀਜ਼ ਸੀਗਾ ਔਰ ਮੈਨੂੰ ਸੂਟ ਨਹੀਂ ਕਰਦਾ ਇਹ ਚੀਜ਼ਾਂ, ਮੈਂ ਖਾਂਦਾ ਨਹੀਂਗਾ, ਮੇਰੇ ਜ਼ਰਾ ਮੈਦਾ ਪ੍ਰੋਬਲਮ ਥੋੜਾ ਜਿਹਾ, ਤੇ ਲੇਕਿਨ ਮੈਨੂੰ ਇੰਨਾ ਅੱਛਾ ਲੱਗਿਆ, ਮੇਰਾ ਦਿਲ ਕਰੇ ਕਿ ਯਾਰ ਮੈਂ ਦੁਬਾਰਾ ਵੀ ਨਾ ਕਿਸੇ ਦਿਨ ਆਪਣਾ ਪਰਹੇਜ਼ ਤੋੜ ਕੇ ਨਾ ਮੈਂ ਜ਼ਰੂਰ ਖਾਣਾ। ਮੈਂ ਤੇ ਗੱਲ ਵਾਕਈ ਸਹੀ ਹੈ। ਹੁਮਸ ਟਰਾਈ ਕੀਤਾ ਜੀ? ਹੁਮਸ ਔਰ ਖੁਮਸ ਹੁਮਸ ਦੇ ਨਾਲ ਖੁਮਸ, ਇਹ ਦੋਨੋਂ ਚੀਜ਼ਾਂ ਮੈਂ ਟਰਾਈ ਕੀਤੀਆਂ ਬਈ, ਕਿਆ ਬਾਤ ਹੈ। ਉਹ ਇੰਨੇ ਲਜ਼ੀਜ਼ ਔਰ ਇੱਕ ਮੈਂ ਮੁਨਫਰਿਦ ਜ਼ਾਇਕਾ, ਬਾਕੀ ਖਾਣੇ ਜਿਹੜੇ ਅਸੀਂ ਪਾਕਿਸਤਾਨ 'ਚ ਖਾਦੇ ਨੇ, ਉਹ ਹੁਮਸ ਤੇ ਹੁਮਸ ਦੋਨਾਂ ਦਾ ਇੱਕ ਸੈਟਅਪ ਇਸ ਤਰ੍ਹਾਂ ਦਾ ਵਾ ਕਿ ਉਹ ਇਸ ਤਰ੍ਹਾਂ ਵੀ ਜਿਵੇਂ ਤੁਸੀਂ ਫਿੱਕੇ ਹਲਵੇ ਦੇ ਨਾਲ ਰੋਟੀ ਖਾ ਰਹੇ, ਯਾਨੀ ਉਹਦਾ ਜ਼ਾਇਕਾ ਇਸ ਤਰ੍ਹਾਂ ਦਾ ਵਾ, ਤੇ ਲੇਕਿਨ ਉਹ ਲਜ਼ੀਜ਼ ਜ਼ਾਇਕਾ ਜਿਹੜਾ ਵਾ, ਤੇ ਜ਼ੈਤੂਨ ਦਾ ਤੇਲ ਉਹਦੇ ਉੱਤੇ ਪੂਰਾ ਹੁੰਦਾ, ਤੇ ਇੰਨਾ ਮਜ਼ੇਦਾਰ। ਉਹ ਮੈਨੂੰ ਜ਼ਾਇਕੇ ਜਿਹੜੇ ਨੇ ਨਾ, ਜ਼ਾਇਕਿਆਂ ਦੀ ਆਣ ਕੇ ਇੱਥੇ ਇੱਕ ਮੁਨਫਰਦ ਜ਼ਾਇਕੇ ਮਿਲੇ ਨੇ ਕਿ ਜਿਹੜੇ ਮੈਂ ਪਹਿਲੇ ਨਹੀਂ ਸੀ ਕਦੀ ਟਰਾਈ ਕੀਤੇ, ਉਹ ਇੱਥੇ ਆਣ ਕੇ ਕੀਤੇ ਨੇ ਟਰਾਈ, ਤੇ ਉਹ ਇੰਨਾ ਜ਼ਾਇਕਾ, ਇੰਨਾ ਰੋਟੀ, ਅਗਰ ਤੁਸੀਂ ਮੇਰਾ ਮਤਲਬ ਭਾਰੀ ਵੀ ਨਹੀਂ, ਅਗਰ ਤੁਸੀਂ ਰੋਟੀ ਖਾ ਲੈਂਦੇ ਨਾ, ਰੋਟੀ ਭਾਰੀ ਆ, ਉਹ ਜਿਹੜੀ ਹਲਕੀ ਆ, ਉਹਦੇ ਨਾਲ ਕੋਈ ਭਾਰਾਪਨ ਵੀ ਮਹਿਸੂਸ ਨਹੀਂ ਹੋਇਆ। ਹਾਂਜੀ ਗੱਲ ਹੈ। ਤੇ ਬਹੁਤ ਜਲਦੀ ਦੁਬਾਰਾ ਵੀ ਭੁੱਖ ਲੱਗ ਗਈ ਮੈਨੂੰ, ਉਹ ਮੈਨੂੰ ਬੜਾ ਮਜ਼ਾ ਆਇਆ ਭਾਜੀ। ਇਹ ਯੂਏਈ ਚ ਆ ਕੇ ਨਵਾਂ ਟਿਕਟੌਕ ਬਣਾਉਣ ਦਾ ਆਈਡੀਆ ਕੀ ਹੈ, ਤੇ ਦੱਸੋ ਜ਼ਰਾ ਆਪਣੇ ਚਾਹਣ ਵਾਲਿਆਂ ਨੂੰ ਕਿ ਉਹ ਕਿਹੜਾ ਟਿਕਟੌਕ ਹੈ, ਕਿੱਥੇ ਜਾ ਕੇ ਫੋਲੋ ਕਰਨ, ਔਰ ਯੂਏਈ ਦਾ ਟਿਕਟੌਕ ਜਿਹੜਾ ਹੈ ਕਿਸ ਹਵਾਲੇ ਨਾਲ ਬਣਾਇਆ ਤੁਸੀਂ, ਔਰ ਕਿਸ ਤਰ੍ਹਾਂ ਕੀ ਕਰਨਾ ਚਾਹੁੰਦੇ ਹੋ ਇਹਦੇ ਤੇ? ਅੱਛਾ, ਮੇਰਾ ਇੱਕ ਪਾਕਿਸਤਾਨ 'ਚ ਇੱਕ ਟਿਕਟੌਕ ਜਿਹੜਾ ਨਾ, ਉਹਦੇ ਆਈਡੀ ਸੀ ਮੇਰੀ, ਠੀਕ ਹੈ, ਰਾਸ਼ਿਦ ਕਮਾਲ ਆਫੀਸ਼ੀਅਲ ਦੇ ਨਾਮ ਤੋਂ ਜੀ, ਠੀਕ ਹੈ। ਉਹਦੇ ਸਬਸਕ੍ਰਾਈਬਰ ਮੇਰੇ ਖਿਆਲ ਦੇ ਵਿੱਚ 44,000, ਮੇਰੇ ਖਿਆਲ 45,000 ਹੈ ਸਨ। 45,000 ਹੈ ਸਨ, ਤੇ ਉਹਨੂੰ ਨਾ ਇੱਕ ਲਾਈਵ ਆਪਸ਼ਨ ਜਿਹੜਾ ਹੁੰਦਾ ਵਾ ਟਿਕਟੌਕ ਦੇ ਉੱਤੇ, ਉਹ ਫਿਰ ਉਹ ਸਿਮਾਂ ਤੇ ਨਹੀਂ ਸੀ ਆਉਂਦਾ। ਉਹ ਬੜਾ ਯਤਨ ਕਰਕੇ ਅਸੀਂ ਉਹਦੇ ਤੇ ਜਿਹੜਾ ਆਉਣੇ ਰਾਣ ਕੇ, ਲੇਕਿਨ ਉਹਦੀ ਲਾਈਵ ਉੱਤੇ ਮੈਂ ਬੈਠ ਗਿਆ ਸ਼ੁਰੂ ਕਰਤੀ, ਲੇਕਿਨ ਉਹਦੀ ਪ੍ਰੋਬਲਮ ਹੀ ਹੈ ਵੀ ਉਹਦਾ ਅਕਾਊਂਟ ਆਈਡੀ ਸਾਰੀ ਇੱਥੋਂ ਦੀ ਲੱਗਣੀ ਹੈ, ਉਹਦਾ ਥੋੜਾ ਜਿਹਾ ਮਸਲਾ ਵਾ। ਇਸ ਕਰਕੇ ਫਿਰ ਮੈਂ ਇੱਕ ਰਾਸ਼ਿਦ ਕਮਾਲ ਯੂਏਈ ਦੇ ਨਾਮ ਤੋਂ ਟਿਕਟੌਕ ਤੇ ਆਪਣੀ ਆਈਡੀ ਬਣਾਈਏ। ਦੋਸਤੋ ਇਹਦਾ ਲਿੰਕ ਜਿਹੜਾ ਨਾ ਉਹ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ, ਔਰ ਤੁਸੀਂ ਜ਼ਰੂਰ ਫੋਲੋ ਕਰਨਾ। ਜੀ ਜੀ ਜੀ। ਤੇ ਉਹਨੂੰ ਤੁਸੀਂ ਫੋਲੋ ਵੀ ਕਰਨਾ ਔਰ ਅੱਗੇ ਦੋਸਤਾਂ 'ਚ ਸ਼ੇਅਰ ਵੀ ਕਰਨਾ ਵਾ, ਤਾਂ ਕਿ ਜਿਹੜੀਆਂ ਮੈਂ ਟਿਕਟੌਕ ਤੇ ਲਾਈਵ ਬੈਠਦਾ ਵਾ, ਫਿਰ ਮੈਂ ਉਹ ਇਸ ਸਿਮ ਤੇ ਆ ਜਾਵਾਂਗਾ, ਯੂਏਈ ਦੀ ਜਿਹੜੀ ਸਿਮ ਆ ਨਾ ਮੇਰੀ, ਜੀ ਜੀ, ਉਹਦੇ ਤੇ ਮੈਂ ਸਾਰਾ ਕੁਝ ਚੇਂਜ ਕਰਕੇ ਉਹਦੇ ਤੇ ਆ ਜਾਵਾਂਗਾ, ਤਾਂ ਕਿ ਫਿਰ ਉਹ ਟਿਕਟੌਕ ਉਹ ਲਾਈਵ ਵੀ ਬੰਦਾ ਆ ਸਕਦਾ, ਉਹ ਲਾਈਵ ਜਿਹੜੀ ਮੋਨੋਟਾਈਜ਼ ਵੀ ਹੁੰਦੀ ਹੈ, ਉਹਦੇ 'ਚ ਸਾਰਾ ਫਿਰ ਇੱਕ ਸਿਸਟਮ ਹੈ ਪੂਰਾ। ਠੀਕ ਹੈ, ਤੇ ਯੂਏਈ ਦੀ ਸਾਰੀ ਐਕਟੀਵਿਟੀ ਉਹਦੇ ਤੇ ਆਏਗੀ। ਬਿਹਤਰੀਨ ਬਿਹਤਰੀਨ। ਉਹ ਤੇ ਕਾਫੀ ਮੇਰੇ ਹਾਲੇ ਵੀਡੀਓ ਆਈਆਂ ਵੀ ਨੇ, ਮੈਂ ਦੇਖਣਾ ਪਿਆ ਇੱਥੇ। ਫਿਰ ਮੈਨੂੰ ਨਾ ਟਿਕਟੌਕ ਦਾ ਮੈਂ ਬਣਾਇਆ ਨਹੀਂ ਸੀ ਕਦੀ, ਪਾਕਿਸਤਾਨ 'ਚ ਨਹੀਂ ਕਦੀ ਬਣਾਇਆ ਮੈਂ ਟਿਕਟੌਕ। ਉਹ ਇੱਥੇ ਯਾਨੀ ਕਿ ਕੁਝ ਜਗ੍ਹਾ ਇੰਨੀਆਂ ਖੂਬਸੂਰਤ ਨੇ ਜਿੱਥੇ ਜਿੱਥੇ ਅਸੀਂ ਗਏ ਹਾਂ, ਕਿੰਨੀ ਅਸੀਂ ਸੈਰ ਕੀਤੀ ਪੂਰੇ ਯੂਏਈ ਦੇ 4-5 ਰਿਆਸਤਾਂ ਜਿਹੜੀਆਂ ਅਸੀਂ ਫਿਰ ਲਈਆਂ ਨੇ,
ਤੇ ਉਹਨਾਂ ਦੇ ਵਿੱਚ ਜਾ ਕੇ ਇੱਕ ਮੁਨਫਰਦ ਜਿਹੜੀਆਂ ਚੀਜ਼ਾਂ ਸਾਨੂੰ ਦੇਖਣ 'ਚ ਮਿਲੀਆਂ। ਫਿਰ ਮੈਂ ਉਹ ਸਾਰਿਆਂ ਦੇ ਵਲੌਗ ਵੀ ਬਣਾਏ ਔਰ ਉੱਥੇ ਟਿਕਟੌਕ ਵੀ ਬਣਾਏ। ਟਿਕਟੌਕ ਫਿਰ ਮੈਂ ਉਹ ਸ਼ੁਰੂ ਕੀਤੀ। ਟਿਕਟੌਕ ਦਾ ਫਿਰ ਆਹਿਸਤਾ ਆਹਿਸਤਾ ਵਿੱਚ ਝਾਕਾ ਜਿਹਾ ਖੁੱਲ ਗਿਆ, ਯਾਨੀ ਕਿ ਮਜ਼ਾ ਆਉਣ ਲੱਗ ਗਿਆ ਕਿ ਯਾਰ ਇਹ ਟਿਕਟੌਕ ਤੇ ਬੜੀ ਅੱਛੀ ਚੀਜ਼ ਆ, ਜ਼ਬਰਦਸਤ। ਤੇ ਸ਼ਾਰਟ ਵੀਡੀਓ ਔਰ ਮਜ਼ੇਦਾਰ ਪਿੱਛੇ ਗਾਣਾ ਲਾ ਕੇ ਪੂਰੇ ਭਾਰ ਨਾਲ ਬੰਦਾ ਹੀਰੋ ਆਪਣੇ ਆਪ 'ਚ ਤਾਂ ਬਣੇ ਨਾ। ਚਲੋ ਬਾਕੀ ਦੇ ਗੱਲ ਬਾਅਦ ਦੀ ਕੋਈ ਦੇਖਦਾ ਵੀ ਨਹੀਂ, ਤੁਸੀਂ ਹੀਰੋ ਹੋ ਮਾਸ਼ਾਅੱਲਾ। ਤੁਸੀਂ ਮੈਂ ਭਾਈ ਉਹਦੇ ਵਿੱਚ ਜਿਹੜੇ ਸਟੰਟ ਕਰ ਰਿਹਾ, ਮੈਂ ਕਦੀ ਤੁਰਿਆ ਜਾ ਰਿਹਾ, ਮੈਂ ਚੱਲਦਾ ਰਿਹਾ, ਮੈਂ ਕਿੰਨੀਆਂ ਬਣਾਤੀਆਂ, ਤੁਰ ਕੇ ਜਾ ਰਿਹਾ, ਕੀ ਕਹਿੰਦੇ ਨੇ ਸਲੋਮੋ ਵੀ ਬਣਾਤੇ। ਮੈਨੂੰ ਫੋਨ ਮੇਰੇ ਕੋਲ ਹੈ ਸੀ ਲੇਕਿਨ ਮੈਨੂੰ ਇਸਤੇਮਾਲ ਨਹੀਂ ਸੀ ਉਹਦਾ ਪਤਾ। ਉਹ ਮੈਨੂੰ ਆਣ ਕੇ ਇੱਥੇ ਆਣ ਕੇ ਇਸਤੇਮਾਲ ਦਾ ਪਤਾ ਲੱਗਿਆ ਕਿ ਸਲੋਮੋ ਵੀ ਬਣਦਾ ਹੈ ਤੇ ਵੱਧ ਘੱਟ ਦੀ ਵੀਡੀਓ ਬਣਦੀ ਹੈ, HD ਤੇ ਸਾਰਾ ਮਾਮਲਾ। ਉਹ ਫਿਰ ਮੈਨੂੰ ਹੁਣ ਪਤਾ ਲੱਗਿਆ। ਮੇਰਾ ਖਿਆਲ ਹੈ ਪ੍ਰਦੇਸ਼ ਦੇ ਵਿੱਚ ਪਹਿਲੀ ਦਫਾ ਤੁਸੀਂ ਮਤਲਬ ਕਿ ਇੰਨੀ ਦੇਰ ਜ਼ਿਆਦਾ, ਯਾਨੀ ਕਿ ਬਾਹਰ ਪਾਕਿਸਤਾਨ ਤੋਂ ਬਾਹਰ ਇੰਨੀ ਦੇਰ ਪਹਿਲੀ ਦਫਾ ਮੇਰਾ ਹਾਲੇ ਤੁਸੀਂ ਐਕਸਪੀਰੀਅੰਸ ਕਰਦੇ। ਹਾਂਜੀ, ਪਹਿਲੀ ਵਾਰੀ ਹੈ ਮੇਰਾ। ਇੰਨੇ ਅੱਜ ਤੱਕ ਜਿਹੜਾ ਮੈਨੂੰ ਮੇਰੇ ਖਿਆਲ ਦੇ ਵਿੱਚ 40-45 ਦਿਨ ਹੋ ਗਏ ਨੇ ਮੈਨੂੰ ਘਰੋਂ ਬਾਹਰ। ਹਾਂਜੀ, ਅੱਜ ਤੋਂ ਪਹਿਲੇ ਜਿੰਨੀ ਦੇਰ ਵੀ ਮੈਂ 8 ਨਹੀਂ ਤੇ 10 ਨਹੀਂ ਤੇ 15 ਨਹੀਂ ਤੇ 20 ਦਿਨਾਂ ਬਾਅਦ ਘਰ ਵਾਪਸ ਚਲਾ ਗਿਆ। ਲੇਕਿਨ ਇਹ ਮੇਰੇ ਵਾਸਤੇ ਬੜਾ ਇੱਕ ਕਠਨ ਮਰਹਲਾ। ਕਠਨ ਕੋਈ ਗੱਲ ਨਹੀਂ, ਇਹ ਵੀ ਅੱਲਾਹ ਤਾਲਾ। ਹਾਂਜੀ, ਬੱਚਿਆਂ ਦੇ ਕੀ ਤਾਸਰਾਤ ਨੇ? ਬੱਚਿਆਂ ਦੇ ਤਾਸਰਾਤ ਨੇ ਕਿ ਹੁਣ ਜਿਹੜਾ ਵਾ, ਕਿਉਂਕਿ ਪਹਿਲੇ ਤੇ ਸਟਾਰਟ ਦੇ ਵਿੱਚ ਇੱਕ ਚਾਹ ਹੁੰਦਾ ਨਾ, ਸਾਰੇ ਘਰ ਦੇ ਪੂਰੀ ਫੈਮਿਲੀ ਨੂੰ ਹੁੰਦਾ ਕਿ ਬਾਹਰ ਦੁਬਈ ਕੰਮ ਕਾਰ ਉੱਥੇ, ਤੇ ਉਹ ਇੱਕ ਜ਼ਿੰਦਗੀ ਦੀ ਇੱਕ ਬੰਦੇ 'ਚ ਖੁਆਇਸ਼ ਹੁੰਦੀ ਕਿ ਯਾਰ ਮੈਂ ਇੱਕ ਵੱਡਾ ਕੰਮ ਕਰਨ ਵਾਸਤੇ ਜਾ ਰਿਹਾ। ਪਿਛਲਿਆਂ ਨੂੰ ਵੀ ਇਹ ਹੁੰਦੀ। ਉਹ ਫਿਰ ਆਹਿਸਤਾ ਆਹਿਸਤਾ ਜਦੋਂ ਉਹ ਚਾਹ ਲੈ ਜਾਂਦਾ ਨਾ, ਤੇ ਫਿਰ ਮਹਿਸੂਸ ਹੋਣ ਲੱਗ ਜਾਂਦੀ ਕਮੀਆਂ ਬੱਚਿਆਂ ਦੀਆਂ। ਮੈਨੂੰ ਬੱਚਿਆਂ ਦੀਆਂ ਕਮੀਆਂ ਨਾ ਫਿਰ ਮਹਿਸੂਸ ਹੋਣ ਲੱਗ ਜਾਂਦੀ ਕਿ ਯਾਰ ਇਹ ਹੁਣ ਵਾਪਸੀ ਦਾ ਕੋਈ ਅੱਲਾਹ ਤਾਲਾ ਕੋਈ ਇਦਾਂ ਦਾ ਸਬਬ ਬਣਾਵੇਗਾ। ਇੱਥੇ ਦਾ ਜਿਹੜੇ ਜਿਸ ਕੰਮ ਵਾਸਤੇ ਆਏ ਆ, ਤੇ ਅੱਲਾਹ ਤਾਲਾ ਇਸ ਕੰਮ ਦੇ ਵਿੱਚ ਬਰਕਤ ਪਾਵੇ ਜਿਹੜਾ ਕੰਮ ਅਸੀਂ ਕਰਨ ਵਾਸਤੇ ਆਏ, ਤਾਂ ਕਿ ਉਹ ਇਸ ਤਰ੍ਹਾਂ ਦਾ ਹੋਵੇ ਕਿ ਜਿਹੜਾ ਅਸੀਂ ਘਰ ਵੀ ਚੱਕਰ ਲਾ ਲਈਏ ਤੇ ਵਾਪਸ ਵੀ ਆ ਕੇ ਫਿਰ ਦੁਬਾਰਾ ਆਪਣਾ ਕੰਮ ਕਰੀਏ। ਬਿਲਕੁਲ ਇਹੀ ਗੱਲ ਹੈ। ਦੋਸਤੋ, ਭਾਈਜਾਨ ਦੀ ਮਿਹਰਬਾਨੀ ਹੈ। ਮੈਂ ਇੱਥੋਂ ਗੁਜ਼ਰ ਰਿਹਾ ਸਾਂ ਜਿੱਥੇ ਇਹ ਰਿਹਾਇਸ਼ ਪਜ਼ੀਰ ਨੇ, ਤੇ ਮੇਰਾ ਦਿਲ ਕੀਤਾ ਮੈਂ ਕਿਹਾ ਅੱਜ ਗੱਪਸ਼ਪ ਲਗਾਈ ਜਾਏ, ਕਿਉਂਕਿ ਕਾਫੀ ਦੋਸਤਾਂ ਦੀ ਫਰਮਾਇਸ਼ ਸੀ ਕਿ ਰਾਸ਼ਿਦ ਕਮਾਲ ਸਾਹਿਬ ਦੇ ਨਾਲ ਜਿਹੜੀ ਇਹਨਾਂ ਗੁਫ਼ਤਗੂ ਜ਼ਿਆਦਾ ਤੋਂ ਜ਼ਿਆਦਾ ਕਰਿਆ ਕਰੋ। ਇਹਨਾਂ ਦੀ ਮਿਹਰਬਾਨੀ ਹੈ, ਇਹ ਸੁੱਤੇ ਉੱਠ ਕੇ ਆਏ ਨੇ ਔਰ ਬਿਲਕੁਲ ਕੈਜੂਅਲ ਜਿਹੜਾ ਨਾ ਇਸ ਟਾਈਮ ਫੇਸ ਮੇਰਾ ਲੱਗ ਰਿਹਾ ਕਿ ਜਿਵੇਂ ਮੈਂ ਹਜੇ ਪਾਕਿਸਤਾਨ। ਮੈਂ ਕਾਲ ਕੀਤੀ, ਮੈਂ ਕਿਹਾ ਭਾਈਜਾਨ ਮੈਂ ਥੱਲੇ ਚਾਹ ਪੀਣ ਦਾ ਮੂਡ ਹੈ ਇਸ ਟਾਈਮ। ਭਾਈਜਾਨ ਮੈਂ ਨਾ ਪਹਿਲੇ ਇਹਨਾਂ ਲਵਾਇਆ ਕਲਰ ਲਵਾ ਕੇ ਨਾ ਤਾਂ ਲਾਇਆ ਮੈਂ ਵਾਲਾਂ ਨੂੰ ਤੇਲ, ਕਿਉਂਕਿ ਗਰਮ ਪਾਣੀ ਹੋਟਲਾਂ ਦੇ ਵਿੱਚ, ਤੇ ਉਹ ਹੋਟਲਾਂ ਦੇ ਗਰਮ ਪਾਣੀ ਨਾਲ ਮੇਰੇ ਨਾਲ ਸਿਰ 'ਚ ਹੋ ਗਈ ਖੁਸ਼ਕੀ। ਇੱਥੇ ਹੋ ਜਾਂਦੀ ਹੈ UAE ਦੇ ਪਾਣੀ ਦੇ ਵਿੱਚ ਜਿਹੜਾ ਨਾ ਹੋ ਜਾਂਦਾ। ਮੈਂ ਭਾਈਜਾਨ ਅੱਜ ਫਿਰ ਸਕੂਲ ਜਿਹੜਾ ਤੇਲ ਨਾਲ ਲੈ ਕੇ ਆਏ ਸੀ ਨਾ, ਉਹ ਸਾਰਾ ਸਿਰ ਨੂੰ ਮੈਂ ਲਾਇਆ। ਸਰੋਂ ਦਾ ਤਾਰੇ ਮੇਰੇ ਦਾ ਸਰੋਂ ਦਾ ਤਾਰੇ ਮੇਰੇ ਦਾ। ਉਹ ਬਾਕੀ ਹੁਣ ਇੱਥੋਂ ਦੇ ਤੇਲ ਲਵਾਂਗੇ, ਇੱਥੋਂ ਦੇ ਤੇਲ ਵੀ ਚੈੱਕ ਕਰਾਂਗੇ ਉਹ ਜਿਹੜਾ ਵਾ ਸਾਡੇ। ਅੱਛਾ, ਮੈਨੂੰ ਇਹ ਦੱਸੋ ਕਿ ਇਹ ਜਿਹੜੀ ਸਟੇਜ ਦੇ ਉੱਤੇ ਤੁਸੀਂ ਲਾਈਵ ਪਰਫਾਰਮ ਕਰਦੇ ਹੁੰਦੇ ਹੋ, ਜਦੋਂ ਤੁਸੀਂ ਇਹ ਆਮਦ ਉਸ ਟਾਈਮ ਅੱਲਾਹ ਵੱਲੋਂ ਅਤਾ ਹੁੰਦੀ ਹੈ ਜਾਂ ਕੁਝ ਸੋਚਿਆ ਹੁੰਦਾ ਹੈ ਜਾਂ ਪਹਿਲੇ ਰਿਹਰਸਲ ਕੀਤੀ ਹੁੰਦੀ ਹੈ? ਚਲੋ ਰਿਹਰਸਲ ਤਾਂ ਥੋੜੀ ਬਹੁਤੀ ਕੀਤੀ ਹੁੰਦੀ ਹੈ, ਜਾਂ ਉਸੇ ਵਕਤ ਉਹ ਸਾਰਾ ਉਤਰ ਰਿਹਾ ਹੁੰਦਾ ਜੋ ਤੁਸੀਂ ਪਰਫਾਰਮ ਕਰ ਰਹੇ ਹੁੰਦੇ ਹੋ? ਕੀ ਕਹਿੰਦੇ ਹੋ ਇਸ ਬਾਰੇ? ਅੱਛਾ, ਮੇਰਾ ਨਾ 5 ਸਾਲ ਦਾ ਜਿਹੜਾ ਰਿਕਾਰਡ, ਜਿਹੜਾ 5 ਸਾਲ ਦੀਆਂ ਮੇਰੀਆਂ ਚੀਜ਼ਾਂ ਨੇ ਨਾ, ਉਹ YouTube ਤੇ ਪਈਆਂ। ਹਾਂਜੀ, ਮੇਰਾ ਡੇਲੀ ਦਾ ਸ਼ੋਅ ਚੇਂਜ ਹੁੰਦਾ ਸੀ, ਡੇਲੀ। ਯਾਨੀ ਕਿ ਮੈਂ ਆਪਣਾ ਦੱਸ ਰਿਹਾ, ਮੈਂ ਬਾਕੀ ਫਨਕਾਰਾਂ ਦਾ ਆਰਟਿਸਟਾਂ ਦਾ ਨਹੀਂ, ਮੈਂ ਤੁਹਾਨੂੰ ਦੱਸ ਰਿਹਾ। ਮੇਰੀ ਇੱਕ ਨਾ ਉਹ ਸਟਾਰਟ 'ਚ ਕੁਛ ਸਾਡੀ ਦੌੜ ਇਦਾਂ ਦੀ ਸੀ ਕਿ ਨਾ ਸਾਨੂੰ ਮੇਰਾ ਕੰਮ ਇਦਾਂ ਦਾ ਹੁੰਦਾ ਸੀ ਕਿ ਮੈਂ ਅੱਜ ਆਹ ਕੰਮ ਕੀਤਾ ਵਾ ਤੇ ਕੱਲ ਨੂੰ ਸਾਰਾ ਕੁਝ ਹੀ ਮੇਰਾ ਮੁਨਫਰਦ ਆ, ਯਾਨੀ ਆਪਣਾ ਉਹ ਕੰਮ ਕਰਕੇ ਤੇ ਨਾਲ ਐਕਸਟਰਾ ਚੀਜ਼ਾਂ ਮੇਰੀਆਂ ਨਾਲ ਰਲਦੀਆਂ ਰਹਿੰਦੀਆਂ ਸੀ। ਯਾਨੀ ਇੱਕ ਜਿੱਦਾਂ ਦਿਨ ਲੰਘਦੇ ਜਾਣੇ ਉਦਾਂ ਹੀ ਮੇਰੀਆਂ ਨਾ ਗੱਲਾਂ ਵੱਧਦੀਆਂ ਜਾਣੀਆਂ। ਉਹ ਇਸ ਕਰਕੇ ਮੌਕੇ ਦੀ ਮੁਨਾਸਬਤ ਨਾਲ ਹੀ ਸਾਰਾ ਕੁਝ ਹੁੰਦਾ। ਜੋ ਸੈੱਟ ਤੇ ਚੱਲ ਰਿਹਾ ਹੁੰਦਾ ਨਾ, ਹੁਣ ਲਾਈਵ ਸ਼ੋਅ ਆ, ਉਹਦੇ 'ਚ ਵਾਧਾ ਘਾਟਾ ਵੀ ਹੋ ਜਾਂਦਾ। ਕੋਈ ਬੰਦਾ ਲੇਟ ਹੋ ਜਾਂਦਾ, ਉਹ ਫਿਰ ਜਦੋਂ ਲੇਟ ਹੋ ਜਾਂਦਾ, ਜਿਹੜੇ ਪਹਿਲੇ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ। ਉਹ ਫਿਰ ਇਸ ਤਰ੍ਹਾਂ ਹੀ ਬਾਜ਼ਕਾਤ ਇਹ ਵੀ ਮਾਮਲਾ ਬਣ ਜਾਣਾ, ਕਦੇ ਗਾਣਾ ਅੱਗੇ ਪਿੱਛੇ ਹੋ ਗਿਆ ਜਾਂ ਲੇਟ ਹੋ ਗਿਆ ਕਿਸੇ ਵਜ੍ਹਾ ਨਾਲ, ਉਹ ਫਿਰ ਉਹ ਵੀ ਕੰਮ ਤੁਹਾਨੂੰ ਜ਼ਿਆਦਾ ਕਰਨਾ ਪੈ ਜਾਣਾ। ਇਸ ਕਰਕੇ ਕੰਮ ਲਾਈਵ ਦਾ ਇਹ ਹੁੰਦਾ ਸੀ, ਡੇਲੀ ਚੇਂਜ ਹੁੰਦਾ ਸੀ, ਫਿਰ ਕੰਮ ਵੀ ਚੇਂਜ ਹੁੰਦਾ ਸੀ ਡੇਲੀ। ਮੌਕੇ ਦੀ ਮੁਨਾਸਬਤ ਨਾਲ ਫਿਰ ਜਿਹੜੀ ਚੀਜ਼ ਉਸ ਟਾਈਮ ਚੱਲ ਰਹੀ ਹੁੰਦੀ ਸੀ, ਉਹਦੇ ਵਿੱਚ ਹੀ ਗੱਲਾਂ ਸਾਰੀਆਂ ਫਿਰ ਕਰਨੀਆਂ ਪੈਂਦੀਆਂ ਸੀ। ਤੇ ਉਦੋਂ ਦੀ ਤੁਹਾਡੀ ਟ੍ਰੇਨਿੰਗ, ਤੇ ਉਦੋਂ ਦੀ ਤੁਹਾਡੀ ਇੰਨੀ ਕੁ ਟ੍ਰੇਨਿੰਗ ਹੋਈ ਦੀ ਹੈ ਮਾਸ਼ਾਅੱਲਾ। ਤੇ ਉਹ ਬਸ ਇੱਕ ਦਿਮਾਗ ਜ਼ਿਹਨ ਸਾਡਾ ਸੀ ਉਦੋਂ। ਤੇ ਪਾਕਿਸਤਾਨ 'ਚ ਅਸੀਂ ਨਹੀਂ, ਸਭ ਤੋਂ ਪਹਿਲੇ ਨਾ ਮੈਂ ਇਹ ਹਿਸਾਬ ਲਾਇਆ ਕਿ ਇਨਸਾਨ ਵਾਸਤੇ ਨਾ ਨੀਂਦ ਬੜੀ ਜ਼ਰੂਰੀ ਹੈ। ਨੀਂਦ
ਜਿਹੜਾ ਪਰਫਾਰਮ ਕਰਨ ਜਿਹੜਾ ਪਰਫਾਰਮਰ ਹੈ ਨਾ ਉਹਦੇ ਵਾਸਤੇ ਤੇ ਨੀਂਦ ਜਿਹੜਾ ਨਾ ਗਲੇ ਦਾ ਖਾਸ ਕਰ ਜਿਸ ਤਰ੍ਹਾਂ ਗਾਇਕ ਲੋਕ ਨੇ ਜਿਸਨੇ ਮੌਸੀਕਾਰ ਨੇ ਜਿਸਨੇ ਇਸ ਕੰਮ ਨਾਲ ਰਿਲੇਟਡ ਲੋਕ ਨੇ ਸਪੈਸ਼ਲੀ ਨਾਤ ਖਾਨ ਹੈ ਹਾਂਜੀ ਆਮ ਬੰਦੇ ਵਾਸਤੇ ਤੇ ਨੀਂਦ ਜ਼ਰੂਰੀ ਹੈ ਲੇਕਿਨ ਇਹਨਾਂ ਵਾਸਤੇ ਨੀਂਦ ਬਹੁਤ ਜ਼ਰੂਰੀ ਪਰਫਾਰਮਰ ਵਾਸਤੇ ਜਿਹੜੇ ਪਰਫਾਰਮ ਕਰਦੇ ਨੇ ਲੋਕ ਉਹਨਾਂ ਵਾਸਤੇ ਤੇ ਨੀਂਦ ਜਿਹੜੀ ਹੈ ਨਾ ਉਹ ਲਾਜ਼ਮੀ ਹੈ 6 ਤੋਂ 8 ਘੰਟੇ ਤੇ ਇੱਥੇ ਆਣ ਕੇ ਸਾਨੂੰ ਨਾ ਆਪਣੇ ਪੂਰੇ ਟਾਈਮ ਮਿਲਿਆ ਸੌਣ ਦਾ ਤੇ ਸੌਂ ਕੇ ਜਦੋਂ ਅਸੀਂ ਉੱਠ ਕੇ ਜਾਈਦਾ ਕੰਮ ਤੇ ਬਿਲਕੁਲ ਫਰੈਸ਼ ਹੋਈਦਾ ਪਾਕਿਸਤਾਨ ਜਿੰਨਾ ਸੌਂ ਹੀ ਨਹੀਂ ਸਕਿਆ ਕਿਉਂਕਿ ਇਹ ਮਸਰੂਫੀਅਤ ਉੱਥੇ ਇੰਨੀ ਜ਼ਿਆਦਾ ਸੀ ਤੇ ਇੱਕ ਜ਼ਿਹਨ ਤੇ ਇੱਕ ਬਰਡਨ ਜਿਹਾ ਵੀ ਸੀ ਇੱਥੇ ਉਹਨਾਂ ਨੂੰ ਬਰਡਨ ਕੋਈ ਨਹੀਂ ਇੱਥੇ ਪਤਾ ਵੀ ਲੱਗੀ ਆ ਹੀ ਮੈਂ ਸਿਰਫ ਕੰਮ ਕਰਨਾ ਵਾ ਕਰਕੇ ਆ ਕੇ ਮੈਂ ਸੌਂ ਜਾਣਾ ਵਾ ਖਾਣਾ ਤੇ ਸੌਂ ਜਾਣਾ ਤੇ ਉਹਦੇ ਨਾਲ ਨੀਂਦ ਵੀ ਪੂਰੀ ਹੋ ਰਹੀ ਹੈ ਔਰ ਕੰਮ ਵੀ ਅੱਛਾ ਹੋ ਰਿਹਾ ਤੁਹਾਡੇ ਨਾਲ ਪਿਆਰ ਕਰਨ ਵਾਲੇ ਅਕਸਰ ਇਹ ਵੀ ਕਹਿੰਦੇ ਪਏ ਨੇ ਕਿ ਤੁਸੀਂ ਵਜ਼ਨ ਵੀ ਜਿਹੜਾ ਨਾ ਵਧਾ ਲਿਆ ਇੱਥੇ ਆ ਕੇ ਮੇਰਾ ਵਜ਼ਨ ਭਾਈ ਨੇ ਇੱਥੇ ਦੀ ਖੁਰਾਕ ਜਿਹੜੀ ਹੈ ਨਾ ਮੈਂ ਜਦੋਂ ਆਇਆ ਹਾਂ ਮੈਨੂੰ ਕਿਉਂਕਿ ਮੈਨੂੰ ਨਵੇਂ ਜ਼ਾਇਕੇ ਮਿਲੇ ਨੇ ਇੱਥੇ ਆਣ ਕੇ ਜ਼ਾਇਕੇ ਹਰ ਚੀਜ਼ 'ਚ ਇੱਕ ਜ਼ਾਇਕਾ ਵਾ ਫਰੂਟ ਆ ਜਾਂ ਕੋਈ ਖਾਣ ਵਾਲੀ ਚੀਜ਼ ਆ ਸ਼ਾਰਮਾ ਰੋਟੀ ਸਾਲਣ ਇੱਕ ਮੁਨਫਰਿਦ ਚੀਜ਼ਾਂ ਜਿਹੜੀਆਂ ਨੇ ਨਾ ਉਹ ਮੈਂ ਖਾਧੀਆਂ ਤੇ ਮੇਰੇ ਕੋਲ ਜ਼ਿਆਦਾ ਖਾਧੀਆਂ ਗਈਆਂ ਲੇਕਿਨ ਹੁਣ ਮੈਂ ਰੂਟੀਨ 'ਚ ਆ ਗਿਆ ਮੈਂ ਉਹ ਚੈੱਕ ਕਰ ਲਿਆ ਸਾਰਾ ਕੁਝ ਹੁਣ ਮੈਂ ਉਹ ਪੈਂਡਿੰਗ ਕਰ ਦੇਣਾ ਉਹਨਾਂ ਵੀ ਜਿਹੜੀ ਅੱਜ ਕੋਈ ਚੀਜ਼ ਡਬਲ ਨਾ ਉਹ ਕੱਲ ਨੂੰ ਮੈਂ ਇੱਕ ਟਾਈਮ ਖਾਣਾ ਇੱਕ ਟਾਈਮ ਹੀ ਮੈਂ ਕਰ ਦਿੱਤਾ ਪਹਿਲੇ ਮੈਂ ਪਾਕਿਸਤਾਨ ਵੀ ਇੱਕ ਟਾਈਮ ਹੀ ਖਾਂਦਾ ਸੀ ਤੇ ਹੁਣ ਵੀ ਮੈਂ ਇੱਕ ਟਾਈਮ ਨਾ ਜਿਹੜਾ ਸ਼ੁਰੂ ਕੀਤਾ ਹੈ ਤੇ ਮੈਂ ਹੁਣ ਮੇਰੀ ਸਿਹਤ ਕੋ ਸ਼ੁਕਰ ਅਲਹਮਦुलिल्लाह ठीक है दोस्तों गपशप जारी रहेगी और वीडियोस भी आप तक पहुंचती रहेंगी इंशाअल्लाह ताला ज़्यादा से ज़्यादा जो है ना मैं कोशिश करता हूं कि आप तक अच्छी वीडियोस जो है मैं पहुंचा सकूं हम लोग घूमते फिरते रहते हैं प्रोग्राम्स के बाद और दुआ किया कीजिए हम सब के लिए आफ्ताब इकबाल साहब के लिए कि अल्लाह ताला हमें हिम्मत दे कि हम अच्छे से अच्छे प्रोग्राम्स आपके लिए जो है वो पेश कर सकें अल्लाह ताला आप सबको खुश रखे अल्लाह ताला आप सबको तमाम वबाओं से दूर रखे हमारे भाई हैं राशिद भाई ये माशाल्लाह हमारी टीम का हिस्सा हैं भाई हैं और इतना मज़ा आता है माशाल्लाह घूमते फिरते हुए आप तो कुछ 10-15 मिनट की वीडियो देख रहे होते हैं जो हम घूमने फिरने जाते हैं और स्पेशली शारजा मस्जिद का व्लॉग बड़ा पसंद आया और बड़ा अच्छा साढ़े वास्ते मैंने तो बड़ा दिली सुकून मिला वाद व्लॉग से अल्हम्दुलिल्लाह और मेरा जैसे मसाजिद का काम है आप समझते हैं सदाए खैर चैनल आपका अपना है अल्हम्दुलिल्लाह तकरीबन 350 के करीब वीडियोस जो है 260 के करीब होने वाली हैं और इंशाल्लाह ये सफ़र इसी तरह जारी व सारी रहेगा और हमें अपनी दुआओं में याद रखिएगा खुश रहें आबाद रहें अस्सलाम वालेकुम व रहमतुल्लाहि व बरकातुहू।